इस वेले किसान आगू रजिंदर दीप सिंह वाला जुड़े ने। रजिंदर जी स्वागत है न्यूज़ 18 पंजाब ते। शुक्रिया अर्शदीप जी। जी ते ये जिहड़ा तुसी खबर देख ली होनी है जो असी जिक्र कर रहे हैं इस वेले कि किन्नियां खुदकुशियां हुईयां ने, किन्ने किसानां ने खुदकुशियां कीतियां ने ते जो केंद्र दा दावा है जो लोक सभा च खेतीबाड़ी मंत्री ने कहा है ते जो पंजाब खेतीबाड़ी यूनिवर्सिटी दी जिहड़ी स्टडी है उस दे विच एक बहुत वड्डा गैप है। तुसी इस नूं किवें देख रहे हो? पहले नंबर ते तां अर्शदीप जी ये गल साफ आ कि जिहड़ी ये सरकार आ ये बिल्कुल झूठां ते आधारित आ। पार्लीमेंट जिथे उम्मीद की जाती आ कि लोकां दे मसलियां ते चर्चा होएगी और लोकां दे मसलियां नूं हल करन दे पासे सरकार तुरेगी, लेकिन उस पार्लीमेंट दे विच केंद्रीय खेतीबाड़ी मंत्री झूठ बोल रहा है जिस तो ये साफ आ कि ये मसले हल करने वाले पासे सरकार नहीं जा रहीगी, मसलियां नूं दबाउण वाले पासे जा रही हैगी। जी पिछले दिनों दे विच आपां MSP दी कमेटी दी भी चर्चा की। इस तो पहला डॉक्टर दविंदर शर्मा जी सारे अंकड़े दे उपर बोल गए हैगे आ। इहदे ते एक जिहड़ी अहम गल चर्चा च लियाउण वाली आ कि जिहड़ा इह हरे इनकलाब दा खेती मॉडल आ, ਜਿਹੜੇ हरे इनकलाब दे ਦੀਆਂ ਪੌਕਸ ਨੇ ਇੰਡੀਆ ਦੇ ਵਿੱਚ ਉੱਥੇ ਜਿਹੜਾ ਫਾਰਮਰ ਸੁਸਾਈਡ ਆ ਉਹ ਸਭ ਤੋਂ ਵੱਧ ਹੋ ਰਿਹਾ ਹੈਗਾ। ਤੋਂ ਇਹ ਹਰੇ ਇਨਕਲਾਬ ਦਾ ਖੇਤੀ ਮਾਡਲ ਹਰਾ ਘੱਲੂਘਾਰਾ ਜਿਹੜਾ ਹੈਗਾ ਉਹ ਸਾਬਤ ਹੋ ਚੁੱਕਾ ਹੈ। ਪੰਜਾਬ ਦੇ ਵਿੱਚ ਵੀ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ 6 ਜ਼ਿਲ੍ਹੇ PAU ਨੇ ਸਟੱਡੀ ਕੀਤੀ ਹੈਗੀ ਆ ਉਹਦੇ 'ਚ ਖਾਸ ਕਰਕੇ ਜਿਹੜੀ ਨਰਮਾ ਪੱਟੀ ਹੈਗੀ ਆ ਉਸ ਤੇ ਸਭ ਤੋਂ ਵੱਧ ਜਿਹੜੀਆਂ ਨੇ ਉਹ ਖੁਦਕੁਸ਼ੀਆਂ ਹੋਈਆਂ ਨੇ, ਕਿਉਂਕਿ ਹਰੇ ਇਨਕਲਾਬ ਦੇ ਖੇਤੀ ਮਾਡਲ ਦੇ ਨਾਲ ਜਿਹੜੇ कारपोरेट ने सानू अपने बीज दिते आ, उन्हें बीज नहीं दिते, उन्हें सानू बीमारियां भी दित्तियां ने। सारिਆਂ ਨੂੰ याद होऊगा, साडे बजुर्ग भी सानू दसदे रहे कि जदों ਇੱਥੇ देसी कपाह ਸੀ ਉਹਨੂੰ ਕੋਈ ਅਮਰੀਕਨ ਸੁੰਡੀ ਨਹੀਂ ਪੈਂਦੀ ਸੀ। ਜਦੋਂ ਅਮਰੀਕਨ ਕਪਾਹ ਆਈ ਆ ਯਾਨੀ ਕਿ ਵਿਦੇਸ਼ੀ ਬੀਜ ਆਏ ਆ ਉਹਨਾਂ ਦੇ ਨਾਲ ਇੰਨੀਆਂ ਬਿਮਾਰੀਆਂ ਆਈਆਂ ਕਿਉਂਕਿ ਉਹਨਾਂ ਨੇ ਸਾਨੂੰ ਬੀਜ ਇਸ ਤਰ੍ਹਾਂ ਦਿੱਤੇ, ਕਿਉਂਕਿ ਉਹਨਾਂ ਨੇ ਆਪਣੇ ਪੈਸਟੀਸਾਈਡ, ਇਨਸੈਕਟੀਸਾਈਡ, ਹਰਬੀਸਾਈਡ ਸਭ ਕੁਝ ਉਹਨਾਂ ਨੇ ਆਪਣਾ ਵੇਚਣਾ ਸੀਗਾ, ਕਿਉਂਕਿ ਉਹ ਪੂਰਾ ਹਰੇ ਇਨਕਲਾਬ ਦਾ ਮਾਡਲ ਹੀ ਕਾਰਪੋਰੇਟ ਨੂੰ ਜਿਹੜਾ ਸੀਗਾ ਫਾਇਦਾ ਦੇਣ ਲਈ ਖੜਾ ਸੀਗਾ। ਤੋਂ ਉਸ ਹਰੇ ਇਨਕਲਾਬ ਦੇ ਮਾਡਲ ਨੇ ਅੱਜ ਜਿਹੜੀ ਨਰਮਾ ਪੱਟੀ ਹੈਗੀ ਆ ਉਹਨੂੰ ਖੁਦਕੁਸ਼ੀਆਂ ਦੀ ਤੇ ਕੈਂਸਰ ਪੱਟੀ ਜਿਹੜੀ ਹੈਗੀ ਬਣਾ ਕੇ ਰੱਖ ਦਿੱਤਾ ਹੈਗਾ। ਇਸ ਕਰਕੇ ਸਾਰੀ ਚਰਚਾ ਦੇ ਵਿੱਚ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ ਚਰਚਾ 'ਚ ਲਿਆਉਣਾ ਔਰ ਇਹਨੂੰ ਬਦਲਣ ਦੀ ਜਿਹੜੀ ਗੱਲ ਕਰਨੀ ਚਾਹੀਦੀ ਆ। ਖੁਦਕੁਸ਼ੀਆਂ ਉਹਨਾਂ ਨੇ 1800 ਦੱਸੀ ਆ ਜਾਂ 1900 ਦੱਸੀ ਆ, ਇਹ ਜਿਹੜਾ ਹੈਗਾ ਸੈਕੰਡਰੀ ਮਸਲਾ ਹੈਗਾ। ਮੇਨ ਮਸਲਾ ਹੈਗਾ ਖੁਦਕੁਸ਼ੀਆਂ ਦਾ ਜਿਹੜਾ ਕਾਰਨ ਹੈਗਾ ਉਹਨੂੰ ਜਿੰਨਾ ਸਮਾਂ ਨਹੀਂ ਖਤਮ ਕਰ ਦੇਗੇ ਉਹਨਾਂ ਸਮਾਂ ਮਸਲਾ ਜਿਹੜਾ ਹੱਲ ਆ ਉਹ ਨਹੀਂ ਹੋਣਾ। ਜੀ ਰਜਿੰਦਰ ਜੀ ਜੁੜੇ ਰਹਿਣਾ ਸਾਡੇ ਨਾਲ। BJP ਤੋਂ ਹਰਜੀਤ ਗਰੇਵਾਲ ਜੀ ਜੁੜ ਚੁੱਕੇ ਨੇ। ਗਰੇਵਾਲ ਜੀ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਕੇਂਦਰ ਦਾ ਜਿਹੜਾ ਡੇਟਾ ਹੈ ਤੇ ਜਿਹੜਾ PAU ਦਾ ਡੇਟਾ ਹੈ ਬਹੁਤ ਵੱਡਾ ਗੈਪ ਹੈ ਉਸ ਦੇ ਵਿੱਚ। 1805 ਖੁਦਕੁਸ਼ੀਆਂ ਤੇ ਦੂਸਰੇ ਪਾਸੇ 9291 ਖੁਦਕੁਸ਼ੀਆਂ ਨੇ। ਅਸੀਂ ਕੋਸ਼ਿਸ਼ ਕਰਾਂਗੇ ਗਰੇਵਾਲ ਜੀ ਦੇ ਨਾਲ ਗੱਲਬਾਤ ਕਰਨ ਦੀ, ਉਹ ਸੰਪਰਕ ਟੁੱਟ ਗਿਆ, ਦੁਬਾਰਾ ਉਹਨਾਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੀ ਰਾਏ ਵੀ ਜਾਣਨੀ ਚਾਹਾਂਗੇ। ਰਜਿੰਦਰ ਜੀ ਇੱਕ ਸਵਾਲ ਹੈ, ਤੁਸੀਂ ਕਹਿ ਰਹੇ ਹੋ ਕਿ ਇਹ ਡੇਟਾ ਝੂਠਾ ਹੈ, ਸਰਕਾਰ ਨੂੰ ਇਹ ਅੰਕੜੇ ਗਲਤ ਦੇ ਕੇ ਫਾਇਦਾ ਕੀ ਹੈ? ਸਰਕਾਰ ਨੂੰ ਗਲਤ ਅੰਕੜਾ ਦੇ ਕੇ ਇਹ ਫਾਇਦਾ ਕਿ ਜਿਸ ਤਰ੍ਹਾਂ ਦੀ ਸਰਕਾਰ ਦੀ ਆਰਥਿਕ ਔਰ ਖੇਤੀ ਨੀਤੀ ਹੈਗੀ ਆ ਇਹਨੂੰ ਉਹ ਅੱਗੇ ਵਧਾਉਣਾ ਚਾਹੁੰਦੇ ਹੈਗੇ ਆ, ਕਿਉਂਕਿ ਪਿਛਲੇ ਦਿਨੀ ਜਿਹੜੀ ਇਹਨਾਂ ਨੇ 0 ਬਾਈਟ ਦੀ ਖੇਤੀ ਲੈ ਕੇ ਆਂਦੀ ਆ ਕਿ ਖੇਤੀ ਸੈਕਟਰ ਤੋਂ ਬਿਲਕੁਲ ਪੱਲਾ ਛਡਾਉਣਾ ਚਾਹੁੰਦੇ ਆ, ਉਹਦੇ 'ਚ ਬਿਲਕੁਲ ਨਿਵੇਸ਼ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਜਿਹੜੀਆਂ ਖੇਤੀ ਸੈਕਟਰ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਜਿਹੜਾ NCRB ਨੇ 2014 ਦੇ ਵਿੱਚ ਜਿਹੜੀਆਂ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਨੇ ਉਹਨਾਂ ਨੂੰ ਇਸ ਡਾਟੇ ਤੋਂ ਜਿਹੜਾ ਸੀਗਾ ਬਾਹਰ ਕਰਤਾ। ਇਹਦਾ ਮਤਲਬ ਆ ਕਿ ਉਹ ਇਹ ਦਿਖਾਉਣਾ ਚਾਹੁੰਦੇ ਕਿ ਖੇਤੀ ਸੰਕਟ ਜਿਹੜਾ ਉਹਨਾਂ ਨਹੀਂਗਾ ਜਿੰਨੀ ਇਹਦੀ ਹਾਲ ਦੁਹਾਈ ਪਾਈ ਜਾ ਰਹੀ ਹੈਗੀ ਆ। ਇਸ ਕਰਕੇ ਸੰਕਟ ਨੂੰ ਘਟਾ ਕੇ ਪੇਸ਼ ਕਰਨਾ ਚਾਹੁੰਦੇ ਨੇ ਤਾਂ ਕਿ ਜਿਹੜਾ ਹੈਗਾ ਕਾਰਪੋਰੇਟ ਨੂੰ ਇਹਦੇ ਵਿੱਚ ਜਿਹੜਾ ਹੈਗਾ ਘਸੇੜਿਆ ਜਾਵੇ ਔਰ ਖੇਤੀ ਸੈਕਟਰ ਦੇ ਵਿੱਚ ਉਹਨਾਂ ਨੂੰ ਕੋਈ ਨਿਵੇਸ਼ ਜਿਹੜਾ ਨਾ ਕਰਨਾ ਪਵੇ। ਇਹ ਬਿਲਕੁਲ ਸਿੰਪਲ ਗੱਲ ਇੱਥੋਂ ਜਿਹੜੀ ਸਮਝ ਆ ਰਹੀ ਹੈ। ਜੀ ਸਾਡੇ ਨਾਲ ਹਰਜੀਤ ਗਰੇਵਾਲ ਜੀ ਦੁਬਾਰਾ ਜੁੜ ਗਏ ਨੇ। ਗਰੇਵਾਲ ਜੀ ਤੁਸੀਂ ਇਸ ਡੇਟਾ ਨੂੰ ਕਿਵੇਂ ਦੇਖਦੇ ਹੋ? ਬਹੁਤ ਵੱਡਾ ਗੈਪ ਹੈ ਕੇਂਦਰ ਦੇ ਅੰਕੜਿਆਂ ਦੇ ਵਿੱਚ ਤੇ PAU ਦੇ ਅੰਕੜਿਆਂ ਦੇ ਵਿੱਚ। ਰਜਿੰਦਰ ਦੀਪ ਸਿੰਘ ਵਾਲਾ ਕਹਿ ਰਹੇ ਨੇ ਕਿ ਕੇਂਦਰ ਦੇ ਅੰਕੜੇ ਝੂਠੇ ਨੇ। ਇਸ ਤੋਂ ਪਹਿਲਾਂ ਸਾਡੇ ਨਾਲ ਦਵਿੰਦਰ ਸ਼ਰਮਾ ਜੀ ਜੁੜੇ ਸੀ, ਖੇਤੀਬਾੜੀ ਮਾਹਰ। ਉਹਨਾਂ ਦਾ ਕਹਿਣਾ ਸੀ ਕਿ ਸਟੇਟ ਗਵਰਨਮੈਂਟਸ ਅਕਸਰ ਪ੍ਰੈਸ਼ਰ ਪਾਉਂਦੀਆਂ ਨੇ ਕਿ ਇਹ ਅੰਕੜਾ ਘੱਟ ਦਿਖਾਇਆ ਜਾਵੇ ਤਾਂ ਕਿ ਸੰਕਟ ਇੰਨਾ ਨਾ ਲੱਗੇ। ਇਹ ਗੱਲ ਨਾਲ ਮੈਂ ਸਹਿਮਤ ਹਾਂ ਕਿਉਂਕਿ ਮੈਂ ਖੁਦ ਇਹ ਸਰਵੇ ਕੀਤੇ ਆ। ਪਹਿਲੀ ਗੱਲ ਤਾਂ ਮੈਂ ਇਹ ਦੱਸ ਦਿਆਂ ਕਿ ਸਾਡੇ ਦੇਸ਼ ਦੇ ਇੱਕ ਦੇਸ਼ ਆ, ਉਹਦੇ 2 ਦੇਸ਼ ਬਣ ਗਏ ਨੇ। ਜਦੋਂ ਤੁਸੀਂ ਉਹਨਾਂ ਘਰਾਂ ਜਾਵੋਗੇ ਜਿਹੜੀਆਂ ਸੁਸਾਈਡ ਵਿਕਟਮ ਫੈਮਲੀਜ਼ ਨੇ, ਫਾਰਮਰ ਸੁਸਾਈਡ ਵਿਕਟਮ ਫੈਮਲੀ, ਉਹਨਾਂ ਦੇ ਨਾਲ ਸਮਾਜਿਕ ਤੌਰ ਤੇ ਵੀ
ਇਹ ਜਿਹੜੇ ਕਿਸਾਨ ਸੰਗਠਨ ਨੇ ਇਹਨਾਂ ਦਾ ਵੀ ਕੋਈ ਸੰਪਰਕ ਨਹੀਂ ਹੈ। ਇਹ ਵੀ ਜਦੋਂ ਮੈਂ ਸਰਵੇ ਕਰ ਰਹੇ ਸੀ, ਅਸੀਂ ਸਾਡੀ ਟੀਮ ਸੀ ਪੂਰੀ, ਮੇਰੇ ਨਾਲ ਫਿਰ ਕੁਝ ਪੱਤਰਕਾਰ ਵੀ ਲੱਗ ਗਏ, ਉਹਨਾਂ ਨੇ ਵੀ ਜੈਨੂਇਨ ਸਰਵੇ ਕੀਤਾ ਤਾਂ ਅਸੀਂ ਦੇਖਿਆ ਕਿ ਉਹਨਾਂ ਦੇ 2 ਕਮਰੇ ਦਾ ਮਕਾਨ ਆ ਤਾਂ ਇੱਕ ਦੀ ਛੱਤ ਟੁੱਟੀ ਹੋਈ ਆ ਔਰ ਟੀਵੀ ਉਹਨਾਂ ਦੇ ਘਰ ਨਹੀਂ। 1-2 ਘਰ ਮੈਂ ਐਸੇ ਦੇਖੇ ਜਿਨ੍ਹਾਂ ਦੇ ਗਰਮੀ 'ਚ ਪੰਖਾ ਵੀ ਨਹੀਂ ਸੀਗਾ, ਫੈਨ ਵੀ ਨਹੀਂ ਸੀ, ਤਾਂ ਬਾਕੀ ਤਾਂ ਕੀ ਉਹਨਾਂ ਨੂੰ ਸੁਵਿਧਾਵਾਂ ਮਿਲਣੀਆਂ ਨੇ। ਉਹਨਾਂ ਨੂੰ ਦੇਖ ਕੇ ਤੁਸੀਂ ਸੱਚੀ ਗੱਲ ਮੈਂ ਤੁਹਾਨੂੰ ਅੱਜ ਦੱਸ ਰਿਹਾ ਕਿ ਅਸੀਂ 1-2 ਰਾਤਾਂ ਜਿਹੜੇ ਸਰਵੇ ਕਰ ਰਹੇ, ਸਾਨੂੰ ਨੀਂਦ ਨਹੀਂ ਆਈ ਕਿ ਕੀ ਹਾਲਤ ਆ ਸਾਡੇ ਦੇਸ਼ ਦੀ, ਕੀ ਹਾਲਤ ਆ ਉਹਨਾਂ ਪਰਿਵਾਰਾਂ ਦੀ। ਉਹਨਾਂ ਦੀ ਗੱਲ ਨੂੰ ਰੱਖਣ ਵਾਲਾ ਔਰ ਉਹ ਜਾ ਕੇ ਪੁਲਿਸ ਸਟੇਸ਼ਨ 'ਚ ਆਪਣੀ FIR ਵੀ ਨਹੀਂ ਕਰਵਾ ਸਕਦੇ ਔਰ ਉਹਨਾਂ ਨੂੰ ਪੁਲਿਸ ਵਾਲੇ ਵੀ FIR ਨਹੀਂ ਕਰਦੇ। ਇਸ ਕਰਕੇ ਇਹ ਅੰਕੜੇ ਘੱਟ ਨੇ। ਇਹ ਦਵਿੰਦਰ ਸ਼ਰਮਾ ਜੀ ਦੀ ਗੱਲ ਸਹੀ ਹੈ ਕਿਉਂਕਿ ਮੈਂ ਉਸ ਦੀ ਵਾਸਤਵਿਕ ਸਥਿਤੀ ਨੂੰ ਜਾਣਦਾ ਔਰ ਹਿਮਾਚਲ ਸੈਂਟਰਲ ਯੂਨੀਵਰਸਿਟੀ ਜਿਹੜਾ ਅਸੀਂ ਸਰਵੇ ਕੀਤਾ ਉਹਦੇ ਤੇ ਇੱਕ ਬੁਕਲੇਟ ਵੀ ਆ ਰਹੀ ਹੈ, ਉਹ ਜਲਦੀ ਆ ਜਾਊਗੀ ਕਿਉਂਕਿ ਟਾਈਮ ਕੱਢ ਕੇ ਕਰਨਾ ਪੈਂਦਾ ਇਹ ਸਾਰਾ ਕੰਮ। ਤੇ ਮੈਂ ਇਹ ਸਰਵੇ ਅਸੀਂ ਜੈਨੂਇਨ ਕੀਤੇ ਸੀ ਔਰ ਕਿਸਾਨ ਦੀ ਜਿਹੜੇ ਸੁਸਾਈਡ ਵਿਕਟਮ ਫੈਮਲੀਜ਼ ਨੇ ਉਹ ਕਈ ਤਾਂ ਲੈਂਡਲੈਸ ਨੇ ਇਸ ਵੇਲੇ, 1-2 ਬਿੱਗੇ ਜ਼ਮੀਨ ਆ ਉਹਨਾਂ ਕੋਲੇ, ਜ਼ਮੀਨ ਆ ਹੋਵੇ 5 ਏਕੜ ਤੋਂ ਬਹੁਤ ਘੱਟ ਹੈ, ਸਮਾਲ ਐਂਡ ਮਾਰਜਨਲ ਫਾਰਮਰਸ ਨੇ ਔਰ ਉਹਨਾਂ ਨਾਲ ਦੂਸਰਾ ਸਮਾਜ ਜਿਹੜਾ ਹੈਗਾ ਉਹ ਵੀ ਬਹੁਤ ਜ਼ਿਆਦਾ ਸੰਪਰਕ 'ਚ ਨਹੀਂ ਰਹਿੰਦਾ ਕਿਉਂਕਿ ਗਰੀਬ ਆਦਮੀ ਨੂੰ ਅੱਜ ਕੱਲ੍ਹ ਕੌਣ ਪੁੱਛਦਾ ਹੈਗਾ। ਤੇ ਇਹ ਉਸ ਵੇਲੇ ਉਗਰਾਹਾਂ ਜਥੇਬੰਦੀ ਉੱਥੇ ਕੰਮ ਕਰ ਰਹੀ ਸੀ, ਸਾਨੂੰ ਪਤਾ ਲੱਗਿਆ ਕਿ ਉਹ ਸੰਪੰਨ ਕਿਸਾਨ ਪਰਿਵਾਰਾਂ ਨੂੰ ਜੋੜ ਰਹੇ ਆ। ਉਹਨਾਂ ਨੇ 800 ਪਰਿਵਾਰ ਉਸ ਟਾਈਮ ਜੋੜੇ ਸੀ, ਹੁਣ ਤਾਂ ਉਹਨਾਂ ਨਾਲ ਬਹੁਤ ਪਰਿਵਾਰ ਜੁੜੇ ਹੋਏ ਆ ਔਰ ਉਹ ਚੁੱਲ੍ਹੇ ਤੱਕ ਪਹੁੰਚ ਕਰ ਰਹੇ ਆ। ਉਹ ਤਾਂ ਆਪਣੀ ਆਰਗੇਨਾਈਜੇਸ਼ਨਲ ਕੈਪੈਸਿਟੀ ਵਧਾਉਣ ਲਈ ਆਪਣਾ ਜੋ ਸਾਡੇ ਨਾਲ ਇਸ ਵੇਲੇ ਮਾਲਵਿੰਦਰ ਕੰਗ ਵੀ ਜੁੜ ਗਏ ਨੇ ਆਮ ਆਦਮੀ ਪਾਰਟੀ ਤੋਂ, ਮੈਂ ਉਹਨਾਂ ਦਾ ਰੁਖ ਕਰੂੰਗੀ। ਲੇਕਿਨ ਪਹਿਲਾਂ ਇੱਕ ਸਵਾਲ ਹੈ ਗਰੇਵਾਲ ਜੀ, ਕੀ ਤੁਸੀਂ ਇਹ ਮੰਨਦੇ ਹੋ ਕਿ ਡੇਟਾ ਜਿਹੜਾ ਹੈ ਜਾਂ ਅੰਕੜੇ ਨੇ ਇਸ ਤੋਂ ਅਸਲ ਦੇ ਵਿੱਚ ਜ਼ਿਆਦਾ ਨੇ ਜੋ NCRB ਦਾ ਡੇਟਾ ਹੈ? ਅੰਕੜੇ ਬਿਲਕੁਲ ਮੈਂ ਮੰਨਦਾ ਕਿ ਉਹ ਜ਼ਿਆਦਾ ਨੇ ਔਰ ਮੇਰਾ ਖਿਆਲ ਆ ਕਿ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਨੇ ਕੀਤਾ ਉਸ ਤੋਂ ਵੀ ਜ਼ਿਆਦਾ ਹੋ ਸਕਦੇ ਆ ਕਿਉਂਕਿ ਉਹਨਾਂ ਦੇ ਕੇਸ ਰਿਪੋਰਟ ਨਹੀਂ ਹੁੰਦੇ। ਮੈਂ ਇਸ ਗੱਲ ਨੂੰ ਐਡਮਿਟ ਕਰਦਾ, ਮੈਂ ਆਪਣੀ ਰਿਪੋਰਟ 'ਚ ਵੀ ਐਡਮਿਟ ਕੀਤਾ ਜੋ ਮੈਂ ਪਾਰਟੀ ਨੂੰ ਦਿੱਤੀ ਹੈ ਔਰ ਹੁਣ ਜਿਹੜੇ ਉਹਦੇ ਤੇ ਬੁਕਲੈਟ ਆਊਗੀ ਉਹਦੇ 'ਚ ਵੀ ਸਾਰਾ ਕੁਝ ਅਸੀਂ ਐਡਮਿਟ ਕੀਤਾ। ਸਾਡੀ ਪਾਰਟੀ ਸਾਨੂੰ ਝੂਠ ਬੋਲਣ ਵਾਸਤੇ ਨਹੀਂ ਭੇਜਿਆ, ਜੈਨੂਇਨ ਉਹਨਾਂ ਦੀ ਪਰਿਸਥਿਤੀ ਨੂੰ ਜਾਣਨ ਵਾਸਤੇ ਭੇਜਿਆ ਸੀ, ਉਹੀ ਅਸੀਂ ਜਾਣਕਾਰੀ ਬਰਾਬਰ ਦੇ ਰਹੇ ਹਾਂ। ਇਹਦੇ 'ਚ ਸਰਕਾਰਾਂ ਨੂੰ ਕੀ ਯੂਜ਼ ਕਰਨਾ, ਸਰਕਾਰਾਂ ਦਾ ਕੰਮ ਕਰਨ ਦਾ ਇੱਕੋ ਪੈਟਰਨ ਹੁੰਦਾ, ਜਿਵੇਂ ਹੁਣ ਸਟੇਟ ਗਵਰਨਮੈਂਟ ਨੇ ਕੋਈ ਵੀ ਆ ਜੇ ਉਹ ਇਹਨਾਂ ਆંકੜਿਆਂ ਨੂੰ ਦਬਾਏਗੀ। ਜੀ ਚਲੋ ਮੈਂ ਤੁਹਾਡਾ ਦੁਬਾਰਾ ਰੁਖ ਕਰੂੰਗੀ। ਗਰੇਵਾਲ ਜੀ ਤੁਸੀਂ ਜੁੜੇ ਰਹੋ, ਮਾਲਵਿੰਦਰ ਕੰਗ ਸਾਡੇ ਨਾਲ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਤੋਂ। ਕੰਗ ਜੀ ਤੁਸੀਂ ਕਿਵੇਂ ਦੇਖ ਰਹੇ ਹੋ ਅੰਕੜਿਆਂ ਨੂੰ? NCRB ਦਾ ਡੇਟਾ 1805 ਮੌਤਾਂ ਦਿਖਾ ਰਿਹਾ ਹੈ, ਖੁਦਕੁਸ਼ੀਆਂ ਦਿਖਾ ਰਿਹਾ ਹੈ 1805, ਲੇਕਿਨ PAU ਦਾ ਜਿਹੜਾ ਅੰਕੜਾ ਹੈ 6 ਜ਼ਿਲ੍ਹਿਆਂ ਦਾ ਅੰਕੜਾ 9291 ਕਿਸਾਨਾਂ ਦੀਆਂ ਖੁਦਕੁਸ਼ੀਆਂ ਦਿਖਾਉਂਦਾ ਹੈ, ਤਕਰੀਬਨ 7000 ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਿਖਾਉਂਦਾ ਹੈ। ਗਰੇਵਾਲ ਜੀ ਇਹ ਜ਼ਰੂਰ ਕਹਿ ਰਹੇ ਨੇ ਕਿ ਅੰਕੜਾ ਇਸ ਤੋਂ ਜ਼ਿਆਦਾ ਹੋ ਸਕਦਾ ਹੈ। NCRB ਦਾ ਡੇਟਾ ਜਿਸ ਤਰੀਕੇ ਦੇ ਨਾਲ ਰਿਪੋਰਟ ਹੁੰਦਾ ਹੈ ਉਸ ਦੇ ਵਿੱਚ ਕਮੀਆਂ ਉਹ ਮੰਨਦੇ ਨੇ ਤੇ ਉਹਨਾਂ ਨੇ ਆਪ ਵੀ ਸਰਵੇ ਕੀਤਾ ਹੈ, ਉਹ ਕਹਿ ਰਹੇ ਨੇ ਸ਼ਾਇਦ PAU ਦੀ ਰਿਪੋਰਟ ਨਾਲੋਂ ਵੀ ਜ਼ਿਆਦਾ ਹੋਵੇ। ਡੈਫੀਨੇਟਲੀ ਜਿਹੜਾ PAU ਦੀ ਰਿਪੋਰਟ ਹੈ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਸੱਚਾਈ ਦੇ ਨੇੜੇ ਤੇੜੇ ਹੈ, ਆਥੈਂਟਿਕ ਜ਼ਿਆਦਾ ਲੱਗਦੀ ਆ, ਜਿਹਦੇ ਚ ਉਹਨਾਂ ਨੇ 70% ਤੋਂ ਉੱਪਰ ਉਹ ਕਿਸਾਨ ਹੈ ਜਿਹੜੇ 5 ਏਕੜ ਤੋਂ ਨੀਚੇ ਵਾਲੇ ਆ ਔਰ ਇਹ ਮੈਨੂੰ ਲੱਗਦਾ ਹੈ ਜ਼ਿਆਦਾ ਆਥੈਂਟਿਕ ਹੈ। ਜਿਹੜਾ ਐਗਰੀਕਲਚਰ ਮਿਨਿਸਟਰ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਦੇਸ਼ ਦੇ ਐਗਰੀਕਲਚਰ ਮਿਨਿਸਟਰ ਸਾਹਿਬ ਨੇ ਪਾਰਲੀਮੈਂਟ, ਉਹ ਮੈਨੂੰ ਲੱਗਦਾ ਹੈ ਵੀ ਗੁੰਮਰਾਹ ਖੂਨ ਹੈ। ਔਰ ਐਗਰੀਕਲਚਰ ਮਿਨਿਸਟਰ ਦੇ ਤੋਮਰ ਸਾਹਿਬ ਤੇ ਪਹਿਲਾਂ ਇਹ ਵੀ ਕਹਿ ਚੁੱਕੇ ਆ ਵੀ ਕਿਸਾਨਾਂ ਦੀ ਆਮਦਨ ਜਿਹੜੀ ਆ ਉਹ ਦੁੱਗਣੀ ਹੋ ਚੁੱਕੀ ਆ ਮੋਦੀ ਸਾਹਿਬ ਦੇ ਆਉਣ ਤੋਂ ਬਾਅਦ। ਉਹ ਤੇ ਮੰਨਣ ਨੂੰ ਤਿਆਰ ਹੀ ਨਹੀਂ ਨਾ, ਉਹਨਾਂ ਨੂੰ ਲੱਗਦਾ ਹੈ ਵੀ ਸਾਰਾ ਹਰਾ ਹਰਾ ਦਿਖ ਰਿਹਾ, ਉਹਨਾਂ ਨੇ ਹਰਾ ਚਸ਼ਮਾ ਲਾਇਆ ਹੋਇਆ। ਲੇਕਿਨ ਹਾਲਾਤ ਜਿਹੜੀ ਕਿਸਾਨ ਦੀ ਉਹ ਬੜੀ ਤਰਸਯੋਗ ਹੈ, ਮਾੜੀ ਹੈ ਔਰ ਉਹਦਾ ਕਾਰਨ ਇਹੀ ਰਿਹਾ ਹੈ ਪੰਜਾਬ 'ਚ ਵੀ ਪਿਛਲੇ ਲੰਮੇ ਸਮੇਂ ਤੋਂ ਐਗਰੀਕਲਚਰ ਪਾਲਿਸੀ ਨੂੰ ਲੈ ਕੇ ਕੋਈ ਕੰਮ ਨਹੀਂ ਹੋਇਆ, ਕਿਸਾਨਾਂ ਦੀ ਆਰਥਿਕ ਤੰਗਹਾਲੀ ਚੋਂ ਕਿਤਨਾ ਕੱਢਣਾ ਉਹਦੇ ਬਾਰੇ ਕੋਈ ਕੰਮ ਨਹੀਂ ਹੋਇਆ, क्रॉप डाइवर्सिफिकेशन ਲਈ ਕੰਮ ਨਹੀਂ ਹੋਇਆ। तो किसानों को कम लिया गया ग्रीन रेवोल्यूशन बहुत ज्यादा, लेकिन समय के हिसाब ਨਾਲ ਉਹਨਾਂ ਨੂੰ ਜਿਹੜੀ ਸਹੂਲਤ ਦੇਣੀ ਚਾਹੀਦੀ ਉਹ ਨਹੀਂ ਦਿੱਤੀ। ਔਰ ਈਵਨ ਸਾਡੇ ਐਗਰੀਕਲਚਰ ਮਿਨਿਸਟਰ ਸਾਹਿਬ ਜਿਹੜੇ ਪਿਛਲੇ ਦਿਨਾਂ 'ਚ ਬੰਗਲੌਰ ਗਏ ਸੀ ਉਹਨਾਂ ਨੇ ਵੀ ਤੋਮਰ ਸਾਹਿਬ ਨੂੰ ਇਹੀ ਕਿਹਾ ਸੀ, ਜਿਹੜੇ ਦੇਸ਼ ਦੇ ਖੇਤੀਬਾੜੀ ਮੰਤਰੀ ਆ, ਵੀ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਸੈਂਟਰ ਸਰਕਾਰ ਕੁਝ ਰਾਹਤ ਦੇਵੇ ਔਰ ਇੱਕ ਸਪੈਸ਼ਲ ਪੈਕੇਜ ਦੇਵੇ, ਖਾਸ ਕਰ ਜਿਹੜੇ ਸਾਡੇ ਬਾਰਡਰ ਏਰੀਏ ਦੇ ਕਿਸਾਨ ਹੈ ਉਹਨਾਂ ਵਾਸਤੇ ਜਿਹੜੀ 14000 ਏਕੜ ਤੋਂ ਵੱਧ ਖੇਤੀ ਕਰਦੇ ਆ। ਸੋ ਮੈਨੂੰ ਲੱਗਦਾ PAU ਦੀ ਜਿਹੜੀ ਰਿਪੋਰਟ ਹੈ ਕਾਫੀ ਆਥੈਂਟਿਕ ਲੱਗਦੀ ਹੈ ਔਰ ਕਿਸਾਨਾਂ ਦੀ ਹਾਲਾਤ ਵਾਕਈ ਬਹੁਤ ਜਿਹੜੀ ਆ ਤਰਸਯੋਗ ਹੈ। ਸਟੇਟ ਸਰਕਾਰ ਤੇ ਲੱਗੀ ਹੋਈ ਆ 2-3 ਪਿਛਲੇ 4 ਮਹੀਨੇ ਤੋਂ ਜਦੋਂ ਅਸੀਂ ਆਏ, ਲੇਕਿਨ ਮੈਨੂੰ ਲੱਗਦਾ ਸੈਂਟਰ ਨੂੰ ਵੀ ਸਾਡਾ ਹੱਥ ਫੜਨਾ ਚਾਹੀਦਾ ਇਹਦੇ। ਗਰੇਵਾਲ ਜੀ ਕੀ ਕੁਝ ਕਹਿਣਾ ਚਾਹੋਗੇ? ਰਜਿੰਦਰਦੀਪ ਸਿੰਘ ਵਾਲਾ ਸਾਡੇ ਨਾਲ ਜੁੜੇ ਹੋਏ ਸੀ, ਉਹਨਾਂ ਨੇ ਇਹ ਵੀ ਕਿਹਾ ਕਿ 2014 ਦੇ ਵਿੱਚ NCRB ਦੇ ਪੈਰਾਮੀਟਰ ਵੀ ਚੇਂਜ ਕੀਤੇ ਗਏ, ਖੇਤ ਮਜ਼ਦੂਰਾਂ ਨੂੰ ਇਸ ਡੇਟਾ ਚੋਂ ਜਿਹੜਾ ਕਿਸਾਨੀ ਖੁਦਕੁਸ਼ੀਆਂ ਦਾ ਡੇਟਾ ਹੈ
ਉਸ ਚੋਂ ਬਾਹਰ ਕਰ ਦਿੱਤਾ ਗਿਆ, ਉਸ ਦੇ ਨਾਲ ਉਹ ਖੁਦਕੁਸ਼ੀਆਂ ਦਾ ਅੰਕੜਾ ਹੋਰ ਘਟ ਗਿਆ। ਦੂਸਰਾ ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਹਰੀ ਕ੍ਰਾਂਤੀ ਦੇ ਜਿਹੜੇ ਪ੍ਰਭਾਵ ਪਏ ਨੇ, ਜਿਹੜਾ ਖੇਤੀ ਚੱਕਰ ਹੈ ਉਸ ਦੇ ਵਿੱਚੋਂ ਕਿਸਾਨਾਂ ਨੂੰ ਕੱਢਣਾ ਬਹੁਤ ਜ਼ਰੂਰੀ ਹੈ ਜੇ ਇਹ ਰੋਕਣੇ ਨੇ, ਸੁਸਾਈਡਸ ਰੋਕਣੇ ਨੇ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਦੋਂ ਅਸੀਂ ਕਿਸਾਨ ਦੇ ਬਾਰੇ ਗੱਲ ਕਰੀਏ ਨਾ, ਉਹ ਵੀ ਸੁਸਾਈਡ ਵਿਕਟਮ ਫੈਮਲੀਜ਼ ਦੇ ਲਈ, ਕਿਉਂਕਿ ਮੈਂ ਉਹਨਾਂ ਦੀ ਅਸਲੀ ਸਥਿਤੀ ਨੂੰ ਜਾਣਦਾ। ਮੈਂ 120 ਪਰਿਵਾਰਾਂ ਦੇ ਵਿੱਚ ਗਿਆ, ਜਾ ਕੇ ਉਹ ਸਾਰੀ ਰਿਪੋਰਟ ਤਿਆਰ ਕੀਤੀ ਔਰ ਉਹਦੇ 'ਚ ਕਿ ਉਹਨਾਂ ਨੇ ਸਰਕਾਰੀ ਬੈਂਕ ਤੋਂ ਲਿਆ, ਸਹਿਕਾਰੀ ਤੋਂ ਲਿਆ, ਪ੍ਰਾਈਵੇਟ ਲੋਕਾਂ ਤੋਂ ਲਿਆ, ਕਿੱਦਾਂ ਕਰਜ਼ਾ ਲਿਆ, ਕਿੰਨੀ ਜ਼ਮੀਨ ਆ, ਘਰ 'ਚ ਕੋਈ ਸਹਾਇਕ ਧੰਦੇ ਕਰਦਾ ਜਾਂ ਨਹੀਂ ਕਰਦਾ, ਪੂਰਾ ਪਰਫਾਰਮੈਂਸ ਜਿਹੜਾ 2.5 ਘੰਟੇ 'ਚ ਅਸੀਂ ਜੈਨੂਅਨ ਕੰਪਲੀਟ ਕਰਦੇ ਸੀ। ਤੇ ਉਸ ਵੇਲੇ ਕੰਗ ਸਾਹਿਬ ਵੀ ਸਾਡੇ ਨਾਲ ਹੀ ਹੁੰਦੇ ਸੀ, ਉਸ ਤੋਂ ਬਾਅਦ ਹੀ ਇੱਧਰ ਆਏ ਨੇ। ਪਰ ਮੈਂ ਕਿਸੇ ਵੀ ਰਾਜਨੀਤੀ ਤੋਂ ਪ੍ਰੇਰਿਤ ਇਹਦੇ 'ਚ ਬਿਆਨ ਨਹੀਂ ਦੇਣਾ ਚਾਹੁੰਦਾ। ਇਹ ਕੇਂਦਰ ਸਰਕਾਰ ਕਹਿ ਲਓ, ਰਾਜ ਸਰਕਾਰਾਂ ਕਹਿ ਲਓ, ਸਭ ਦਾ ਇੱਕੋ ਹੀ ਪੈਟਰਨ ਆ ਔਰ ਜੈਨੂਅਨ ਕਿਸੇ ਕੋਲ ਵੀ ਜਾਣਕਾਰੀ ਉਹਦੀ ਬਰਾਬਰ ਹੈ ਨਹੀਂ, ਕਿਉਂਕਿ ਉਹਨਾਂ ਪਰਿਵਾਰਾਂ 'ਚ ਕੋਈ ਜਾਂਦਾ ਹੀ ਨਹੀਂ ਜੀ। ਇੱਕ ਦੇਸ਼ ਦੇ 2 ਦੇਸ਼ ਬਣ ਗਏ ਨੇ ਔਰ ਉਹਨਾਂ ਦੀ ਹਾਲਤ ਬਹੁਤ ਖਰਾਬ ਆ। ਉਹ ਦੇਖ ਕੇ ਤਾਂ ਦੂਸਰੇ ਦਿਨ ਕੰਗ ਸਾਹਿਬ ਨੂੰ ਵੀ ਨੀਂਦ ਨਹੀਂ ਆਉਣੀ, ਕਿਉਂਕਿ ਇਹ ਵੀ ਕਿਸਾਨ ਪਰਿਵਾਰਾਂ 'ਚੋਂ ਹੀ ਆਉਂਦੇ ਆ। ਤੇ ਸਾਡੇ ਵੀ ਜਿਹੜਾ ਹੈਗਾ ਮਨ ਬਹੁਤ ਖਰਾਬ ਹੋਏ ਸੀ। ਤੇ ਮੈਂ ਸਮਝਦਾ ਕਿ ਉਹ ਜਿਹੜੇ ਕਿਸਾਨ ਸੰਗਠਨ ਨੇ, ਇਹ ਵੀ ਉਹਨਾਂ 'ਚ ਨਹੀਂ ਜਾਂਦੇ, ਇਹ ਵੀ ਸੰਪੰਨ ਕਿਸਾਨ ਪਰਿਵਾਰਾਂ 'ਚ ਜਾਂਦੇ ਜਿਹੜੇ ਇਹਨਾਂ ਦੀ ਰੈਲੀਆਂ 'ਚ ਆ ਸਕਦੇ ਆ। ਉਹ ਰੈਲੀਆਂ 'ਚ ਆਉਣ ਜੋਗੇ ਵੀ ਨਹੀਂ ਵਿਚਾਰੇ, ਉਹਨਾਂ ਦੀ ਐਸੀ ਹਾਲਤ ਆ। ਤਾਂ ਇਸ ਲੇਕਿਨ ਕੀ ਖੇਤੀ ਚੱਕਰ 'ਚੋਂ ਕੱਢਣ ਦੇ ਲਈ ਕਿਸਾਨਾਂ ਨੂੰ ਕੋਈ ਇਨਸੈਂਟਿਵ ਦਿੱਤਾ ਜਾ ਸਕਦਾ ਹੈ? ਜੋ ਸਵਾਲ ਰਜਿੰਦਰਦੀਪ ਸਿੰਘ ਵਾਲਾ ਕਰ ਰਹੇ ਸੀ ਕਿ ਇਸ ਖੇਤੀ ਚੱਕਰ 'ਚੋਂ ਜਦੋਂ ਤੱਕ ਨਹੀਂ ਨਿਕਲਦੇ ਉਦੋਂ ਤੱਕ ਹਾਲਤ ਇਹੀ ਬਣੀ ਰਹੇਗੀ। ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਪਰਿਵਾਰਾਂ ਦੀ ਸਾਰ ਕੌਣ ਲਵੇ? ਉਹ ਲੈਂਡਲੈਸ ਫਾਰਮਰ ਬਣ ਗਏ ਨੇ। 1 ਬਿੱਗਾ ਜਾਂ 2 ਬਿੱਗੇ ਜ਼ਮੀਨ ਉਹਨਾਂ ਕੋਲ ਰਹਿ ਗਈ ਆ, 5-5 ਏਕੜ ਵੀ ਨਹੀਂ ਹੈ। ਉਸ ਦਾ ਕੀ ਕਰਨਾ ਹੈਗਾ, ਉਸ ਦੇ ਬਾਰੇ ਵਿਚਾਰ ਹੋਣਾ ਚਾਹੀਦਾ। ਮੇਰੀ ਬੁੱਕਲੈਟ ਵੀ ਉਹਦੇ ਤੇ ਆ ਰਹੀ ਹੈ ਹੁਣ, ਜਿਹੜਾ ਸਰਵੇ ਕੀਤਾ ਸੀ ਜੈਨੂਅਨ, ਉਹਦੇ ਜ਼ਰੂਰ ਸਾਰਾ ਕੁਝ ਮੈਂ ਤਾਂ ਲਿਖ ਦੇਣਾ। ਉਹਦੇ ਚ ਪਾਰਟੀਆਂ ਤੋਂ, ਸਿਆਸਤ ਤੋਂ ਪ੍ਰੇਰਿਤ ਹੋ ਕੇ ਗੱਲ ਨਹੀਂ ਇਹ ਕਰਨੀ ਚਾਹੀਦੀ। ਇਹ ਤਾਂ ਜੈਨੂਅਨ ਗੱਲ ਹੈਗੀ ਆ। ਕਿਸਾਨ ਸੰਗਠਨ ਜਿਹੜੇ ਆ, ਇਹ ਵੀ ਉਹਨਾਂ ਦੀ ਗੱਲ ਨਹੀਂ ਕਰਦੇ, ਉਹਨੂੰ ਅੱਜ ਦੱਸ ਰਿਹਾ। ਇਹ ਵੀ ਆਪਣੀ ਸਿਆਸਤ ਪੂਰੀ ਕਰਦੇ ਆ। ਉਹਨਾਂ ਕਿਸਾਨਾਂ ਦੀ ਸੁਸਾਈਡ ਵਿਕਟਮ ਫੈਮਲੀਜ਼ ਦੀ ਕੋਈ ਗੱਲ ਨਹੀਂ ਕਰਦਾ। ਮੈਂ ਕੰਗ ਸਾਹਿਬ ਨੂੰ ਕਹੂੰਗਾ ਇਹਨਾਂ ਦੀ ਪਾਰਟੀ ਕਰੇ ਉਹਨਾਂ ਦੀ ਗੱਲ, ਜੈਨੂਅਨ ਹਾਲਾਤ ਜਾਣਨ। ਤੇ ਉਸ ਤੋਂ, ਕਿਉਂਕਿ ਇਹ ਸਟੇਟ ਗਵਰਨਮੈਂਟ ਦੇ ਥਰੂ ਹੀ ਸਾਰਾ ਸੈਂਟਰ ਨੂੰ ਜਾਣਾ ਹੁੰਦਾ, ਤੇ ਜਿਹੜੇ ਲੋਕ ਸਰਵੇ ਕਰਦੇ ਨੇ ਸਰਕਾਰੀ, ਉਹ ਮੈਂ ਦੇਖਦਾ ਕਿਸ ਤਰ੍ਹਾਂ ਕਰਦੇ ਆ। ਤੇ ਇਸ ਲਈ ਇਹ ਜਿਹੜੀ ਸਾਰੀ ਦਿੱਕਤ ਆ, ਇਸੇ ਕਰਕੇ ਆ, ਹਾਲਤ ਜ਼ਿਆਦਾ ਖਰਾਬ ਆ ਔਰ ਲੋਕ ਉਹਨਾਂ ਤੱਕ ਪਹੁੰਚ ਨਹੀਂ ਕਰ ਪਾਉਂਦੇ। ਐਗਰੀਕਲਚਰ ਯੂਨੀਵਰਸਿਟੀ ਨੇ ਜੋ ਕਿਹਾ, ਮੇਰਾ ਖਿਆਲ ਆ ਉਸ ਤੋਂ ਜ਼ਿਆਦਾ ਹਾਲਤ ਖਰਾਬ ਆ ਔਰ ਉਸ ਤੋਂ ਜ਼ਿਆਦਾ ਵੀ ਆંકੜੇ ਹੋ ਸਕਦੇ ਆ। ਪਰਮਾਤਮਾ ਕਰੇ ਉਹ ਘੱਟ ਹੋਣ ਔਰ ਸਾਡਾ ਕਿਸਾਨ ਖੁਸ਼ਹਾਲ ਹੋਵੇ, ਪੰਜਾਬ ਦੀ ਹਾਲਤ ਵਧੀਆ ਹੋਵੇ। ਮੈਂ ਤਾਂ ਇਹੀ ਇਹਦੇ ਤੇ ਕਹੂੰਗਾ। ਮੈਂ ਪੋਲੀਟੀਕਲ ਪਾਰਟੀਆਂ ਨੂੰ, ਐਵੇਂ ਅਸੀਂ ਇੱਕ ਦੂਜੇ ਦੀ ਨਿੰਦਾ ਕਰਦੇ ਰਹੀਏ, ਉੱਥੇ ਸੈਂਟਰ 'ਚ ਤਾਂ ਜਿਹੜਾ ਪਾਰਲੀਮੈਂਟ ਦੇ ਅੰਦਰ ਆ, ਉਹਨਾਂ ਦੇ ਸਾਹਮਣੇ ਤਾਂ ਜੋ ਸਰਕਾਰਾਂ ਨੇ ਰੱਖਣਾ, ਜੋ ਉਹਨਾਂ ਦੀਆਂ ਏਜੰਸੀਆਂ ਨੇ ਰੱਖਣਾ, ਜੋ ਸਰਵੇ ਕਰਦੇ ਨੇ ਉਹਨਾਂ ਨੇ ਜਾ ਕੇ ਰੱਖਣਾ, ਸਰਕਾਰੀ ਅਧਿਕਾਰੀਆਂ ਨੇ ਉਹੀ ਉਹਨਾਂ ਨੇ ਬੋਲਣਾ। ਤੇ ਇਸ ਕਰਕੇ ਜੈਨੂਅਨ ਤਾਂ ਅਸੀਂ, ਸਾਡਾ ਇਹ ਕੰਮ ਆ ਕਿ ਅੰਕੜੇ ਵੱਧ ਨੇ। ਤੁਸੀਂ ਇਹ ਮੰਨ ਰਹੇ ਹੋ ਕਿ ਅੰਕੜੇ ਵੱਧ ਨੇ, ਡੇਟਾ ਨਾਲੋਂ ਵੀ ਜ਼ਿਆਦਾ ਹੋ ਸਕਦੇ ਨੇ, ਤੁਸੀਂ ਇਹ ਕਹਿ ਰਹੇ ਹੋ। ਤੇ ਇਹ ਇਸ਼ਾਰਾ ਇਸ ਵੱਲ ਵੀ ਕਰਦਾ ਹੈ ਕਿ ਖੇਤੀ ਐਕਚੁਅਲ ਦੇ ਵਿੱਚ ਕ੍ਰਾਈਸਿਸ ਦੇ ਵਿੱਚ ਹੈ, ਵੱਡੇ ਕ੍ਰਾਈਸਿਸ 'ਚ ਹੈ। ਮਾਲਵਿੰਦਰ ਕੰਗ ਜੀ, ਕਾਫੀ ਰਿਐਕਸ਼ਨ ਤੁਹਾਡੇ ਤੋਂ ਚਾਹਾਂਗੇ। ਸਟੇਟ ਗਵਰਨਮੈਂਟ ਕੀ ਕਰ ਰਹੀ ਹੈ? ਮੈਂ ਇਹ 'ਚ ਕੋਈ ਦੋ ਰਾਏ ਨਹੀਂ ਹੈ। ਕਿਸਾਨੀ ਬੜੀ ਮੁਸ਼ਕਿਲ ਹਾਲਾਤ 'ਚ, ਇਸੇ ਕਰਕੇ ਜਿਹੜੇ ਸਾਡੇ ਮੌਜੂਦਾ ਐਗਰੀਕਲਚਰ ਮਿਨਿਸਟਰ, ਉਹਨਾਂ ਨੇ 2-3 ਗੱਲਾਂ ਨੂੰ ਲੈ ਕੇ ਪਿਛਲੇ ਦਿਨਾਂ 'ਚ ਦੇਸ਼ ਦੀ ਸਰਕਾਰ ਦੇ ਐਗਰੀਕਲਚਰ ਮਿਨਿਸਟਰ ਨੂੰ ਮਿਲੇ ਸੀ। ਇੱਕ ਤੇ ਜਿਹੜੀ ਆਪਣੀ ਕ੍ਰੌਪ ਡਾਈਵਰਸਿਫਿਕੇਸ਼ਨ ਲਈ ਅਗਰ ਪੰਜਾਬ ਨੂੰ ਲੈ ਕੇ ਜਾਣਾ ਤੇ ਉਹਦੇ ਲਈ ਵੀ ਇੱਕ ਕੰਕਰੀਟ ਪਲਾਨ ਸੈਂਟਰ ਤਿਆਰ ਕਰੇ। ਅਲਟੀਮੇਟਲੀ ਤਾਕਤਾਂ ਸੈਂਟਰ ਕੋ ਆ। ਦੂਜਾ, ਬਾਰਡਰ ਏਰੀਏ ਦੇ ਕਿਸਾਨਾਂ ਵਾਸਤੇ ਸਪੈਸ਼ਲ ਪੈਕੇਜ ਦੀ ਗੱਲ ਕੀਤੀ। ਤੀਜਾ, ਫੂਡ ਪ੍ਰੋਸੈਸਿੰਗ ਦੀ। ਪੰਜਾਬ 'ਚ ਸਾਰਾ ਕੁਝ ਉਗਾਇਆ ਜਾ ਸਕਦਾ ਹੈ। ਜੇ ਗ੍ਰੀਨ ਰੈਵੋਲੂਸ਼ਨ 'ਚ ਸੈਂਟਰ ਨੇ ਹੱਥ ਫੜਿਆ ਸੀ ਤੇ ਪੰਜਾਬ ਦੇ ਕਿਸਾਨਾਂ ਨੇ ਅਨਾਜ ਦੇ ਭੰਡਾਰ ਭਰਦੇ ਦੇਸ਼ ਦੇ। ਅੱਜ ਜੇ ਇਸ ਚੋਂ ਕੱਢਣਾ ਵੀ ਆ ਤੇ ਸਾਨੂੰ ਦੇਸ਼ ਦੀ ਸਰਕਾਰ ਨੂੰ ਪੰਜਾਬ ਦਾ ਹੱਥ ਫੜਨਾ ਪੈਣਾ ਹੈ ਔਰ ਉਹਨਾਂ ਨੂੰ ਚਾਹੀਦਾ ਹੈ। ਔਰ ਇਸ ਟਾਈਮ ਅਨਾਜ ਦੀ ਸਾਰੀ ਦੁਨੀਆ 'ਚ ਬੜੀ ਜ਼ਰੂਰਤ ਹੈ। ਸਾਡਾ ਮੁਲਕ ਉਹਦੀ ਅਗਵਾਈ ਕਰ ਸਕਦਾ ਹੈ ਦੁਨੀਆ 'ਚ ਅਨਾਜ ਦੀ ਪੂਰਤੀ ਵਾਸਤੇ। ਉਹਦੇ ਲਈ ਮੈਨੂੰ ਲੱਗਦਾ ਹੈ ਕੰਕਰੀਟ ਸਟੈਪ ਜਿਹੜਾ ਹੈ ਸੈਂਟਰ ਨੂੰ ਲੈਣਾ ਪੈਣਾ ਜੀ। ਸ਼ੁਕਰੀਆ ਮਾਲਵਿੰਦਰ ਕੰਗ ਜੀ ਸਾਡੇ ਨਾਲ ਜੁੜਨ ਦੇ ਲਈ। ਰਜਿੰਦਰਦੀਪ ਸਿੰਘ ਵਾਲਾ ਜੁੜੇ, ਹਰਜੀਤ ਗਰੇਵਾਲ ਜੀ ਜੁੜੇ, ਤੁਹਾਡਾ ਵੀ ਸ਼ੁਕਰੀਆ। ਤਾਂ ਮਾਮਲਾ ਹੈ ਸੁਸਾਈਡਸ ਦੇ ਡੇਟਾ ਦਾ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਲੋਕ ਸਭਾ ਦੇ ਵਿੱਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ 1805 ਖੁਦਕੁਸ਼ੀਆਂ ਹੋਈਆਂ ਨੇ ਐਨਸੀਆਰਬੀ ਦੇ ਡੇਟਾ ਦੇ ਮੁਤਾਬਕ, ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ। ਤੇ ਦੂਸਰੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜੋ ਸਟੱਡੀ ਹੈ ਉਸ ਦੇ ਵਿੱਚ 16000 ਤੋਂ ਜ਼ਿਆਦਾ ਸੁਸਾਈਡ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 9291 ਕਿਸਾਨਾਂ ਦੇ ਨੇ। 7000 ਦੇ ਕਰੀਬ ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ ਪਿਛਲੇ 18 ਸਾਲਾਂ ਦੇ ਵਿੱਚ। ਬਹੁਤ ਵੱਡਾ ਗੈਪ ਹੈ। ਹਰਜੀਤ ਗਰੇਵਾਲ ਸਾਡੇ ਨਾਲ ਬੀਜੇਪੀ ਤੋਂ ਜੁੜੇ ਸੀ, ਉਹਨਾਂ ਨੇ ਕਿਹਾ ਕਿ ਅਸੀਂ ਵੀ ਸਰਵੇ ਕੀਤਾ ਹੈ ਤੇ ਅਸਲ ਦੇ ਵਿੱਚ ਹੋ ਸਕਦਾ ਹੈ ਕਿ ਪੀਏਯੂ
ਦੀ ਜਿਹੜੀ ਰਿਪੋਰਟ ਹੈ ਉਸ ਤੋਂ ਵੀ ਜ਼ਿਆਦਾ ਹੋਵੇ ਅੰਕੜਾ ਤਾਂ ਖੇਤੀ ਇਸ ਵੇਲੇ ਸੰਕਟ ਦੇ ਵਿੱਚ ਹੈ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਗੱਲ ਇਹ ਹੈ ਕਿ ਇਸ ਦੇ ਲਈ ਸਟੈਪ ਕੀ ਚੁੱਕੇ ਜਾ ਰਹੇ ਨੇ, ਸਟੇਟ ਗਵਰਨਮੈਂਟ ਆਪਣੇ ਲੈਵਲ ਤੇ ਕੀ ਕਰ ਰਹੀ ਹੈ ਜਾਂ ਫਿਰ ਕੇਂਦਰ ਇਸ ਨੂੰ ਲੈ ਕੇ ਕੀ ਕਦਮ ਚੁੱਕ ਰਿਹਾ ਹੈ, ਉਸ ਨੂੰ ਲੈ ਕੇ ਚਰਚਾ ਹੈ।